ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਹਰਵਿੰਦਰ ਸਿੰਘ ਵੱਲੋਂ ਮੈਂ ਦਿਲ ਦੀ ਗਹਿਰਾਈਆਂ ਤੋਂ ਸਵਾਗਤ ਕਰਦਾ ਹਾਂ। ਦਰਸ਼ਕੋ, ਜਿੱਦਾਂ ਕਿ ਤੁਸੀਂ ਜਾਣਦੇ ਹੋ, ਸਾਡਾ ਇੱਕੋ ਇੱਕ ਮਕਸਦ ਹੈ ਸਿੱਖੀ ਇਤਿਹਾਸ ਅਤੇ ਸੱਭਿਆਚਾਰ ਨਾਲ ਜੁੜੀ ਹੋਈ ਹਰ ਇੱਕ ਖਬਰ ਨੂੰ ਤੁਹਾਡੇ ਨਾਲ ਰੂਬਰੂ ਕਰਵਾਉਣਾ। ਅਤੇ ਸਾਧ ਸੰਗਤ ਜੀ, ਜਿੱਦਾਂ ਤੁਸੀਂ ਜਾਣਦੇ ਹੋ, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਜਿਹੜੀ ਚੋਣਾਂ ਹਨ ਉਹ ਆ ਰਹੀ ਹਨ ਅਤੇ ਉਸੇ ਦੇ ਸਿਲਸਿਲੇ ਦੇ ਵਿੱਚ ਕੈਂਪੇਨਿੰਗ ਦਾ ਜਿਹੜਾ ਸ਼ਡਿਊਲ ਹੈ ਉਹ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਸੰਗਤ ਵੱਲੋਂ ਚਲਾਇਆ ਜਾ ਰਿਹਾ ਹੈ। ਸਰਦਾਰ ਮੋਹਿੰਦਰ ਸਿੰਘ ਜੀ ਉਹਨਾਂ ਨੇ ਵੀ ਆਪਣਾ ਨੋਮੀਨੇਸ਼ਨ ਜਿਹੜਾ ਫਾਈਲ ਕੀਤਾ ਸੀ ਔਰ ਉਹਨਾਂ ਦੀ ਵੀ ਕੈਂਪੇਨਿੰਗ ਜਿਹੜੀ ਉਹ ਸਟਾਰਟ ਹੋ ਚੁੱਕੀ ਹੈ। ਅਤੇ ਸਾਡਾ ਇੱਕੋ ਮਕਸਦ ਰਹਿੰਦਾ ਹੈ ਕਿ ਜਿਹੜੇ ਵੀ ਚੁਣੇ ਹੋਏ ਨੁਮਾਇੰਦੇ ਜਿਨ੍ਹਾਂ ਨੇ ਆਪਣਾ ਨੋਮੀਨੇਸ਼ਨ ਫਾਈਲ ਕੀਤਾ ਹੈ ਉਹ ਕਿਹੜੇ-ਕਿਹੜੇ ਮੁੱਦਿਆਂ ਨੂੰ ਸੰਗਤ ਦੇ ਸਾਹਮਣੇ ਰੂਬਰੂ ਕਰਨਗੇ ਅਤੇ ਕਿਸ ਤਰ੍ਹਾਂ ਉਹਨਾਂ ਦਾ ਕਾਰਵਾ ਰਹੇਗਾ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹਾਂ। ਸਭ ਤੋਂ ਪਹਿਲਾਂ ਸਾਰੀ ਸਾਧ ਸੰਗਤ ਦਾ ਇੱਕ ਬਾਣੀ ਚੈਨਲ ਵੱਲੋਂ ਮੈਂ ਜੀ ਆਇਆਂ ਨੂੰ ਆਖਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਚਾਹਾਂਗੇ ਕਿ ਤੁਸੀਂ ਆਪਣੇ ਜਿਹੜੇ ਵਿਚਾਰ ਹਨ ਇੱਕ ਬਾਣੀ ਚੈਨਲ ਦੇ ਸਾਹਮਣੇ ਰੱਖੋ ਤਾਂ ਕਿ ਜਿਹੜਾ ਸੰਦੇਸ਼ ਹੈ ਉਹ ਸਾਰੀ ਸਿੱਖ ਸੰਗਤ ਦੇ ਸਾਹਮਣੇ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਮਹਿੰਦਰ ਸਿੰਘ ਜੰਮੂ ਵੈਸਟ ਤੋਂ ਕੰਟੈਸਟ ਕਰ ਰਿਹਾ ਮੈਂ ਇਲੈਕਸ਼ਨ ਵਿੱਚ। ਵਾਹਿਗੁਰੂ ਜੀ, ਜੰਮੂ ਵੈਸਟ ਤੋਂ ਮੈਂ ਕੰਟੈਸਟ ਕਰ ਰਿਹਾ ਤੇ ਬਹੁਤ ਸਾਰੇ ਮੁੱਦੇ ਨੇ ਗੁਰਬਾਣੀ ਤੋਂ ਲੈ ਕੇ, ਜਿਸ ਤਰ੍ਹਾਂ ਕਿ ਰਾਗੀ ਸਿੰਘ ਦੀਆਂ ਤਨਖਾਹਾਂ, ਹੋਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਅਤੇ ਗੁਰਸਿੱਖ ਜਿਹਨਾਂ ਕੋਈ ਬੱਚਿਆਂ ਦੀ ਪੜ੍ਹਾਈ, ਪੰਜਾਬੀ ਮਾਂ ਬੋਲੀ ਜਿਹੜੀ ਕਿ ਅਸੀਂ ਲੋਕ ਉਸ ਤੋਂ ਪਿਛੜ ਰਹੇ ਹਾਂ। ਅਤੇ ਸਾਡੇ ਟਾਹਲੀ ਸਾਹਿਬ ਗੁਰਦੁਆਰਾ ਸਾਹਿਬ ਤੋਂ ਅਸੀਂ ਬਿਲੋਂਗ ਕਰਦੇ ਹਾਂ। ਟਾਹਲੀ ਸਾਹਿਬ ਵਿੱਚ ਅਸੀਂ ਸਾਰੀਆਂ ਸ਼ਾਸਤਰ ਵਿਦਿਆ ਦੀਆਂ ਕਲਾਸਾਂ, ਗੱਤਕੇ ਦੀਆਂ ਕਲਾਸਾਂ, ਪੰਜਾਬੀ ਦੀਆਂ ਕਲਾਸਾਂ ਸੁਚਾਰੂ ਢੰਗ ਨਾਲ ਪਿਛਲੇ ਸਾਲ 2 ਸਾਲ ਤੋਂ ਨਿਭਾ ਰਹੇ ਹਾਂ ਜੀ, ਚਲਾ ਰਹੇ ਹਾਂ। ਸਾਧ ਸੰਗਤ ਜੀ, ਸਾਰਿਆਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਪਿਛਲੀਆਂ ਕਮੇਟੀਆਂ ਨੇ ਕੋਈ ਡਿਕਟੇਟਰਸ਼ਿਪ, ਕੋਈ ਹੋਰ ਇਹਨਾਂ ਦੇ ਅਫੈਂਸ ਜਿਹੜੇ ਕਿ ਖਰੇ ਨਹੀਂ ਉਤਰੇ ਸੰਗਤ ਦੀ, ਅਤੇ ਉਹਦੇ ਵਿੱਚ ਕਾਫੀ ਇਸ਼ੂਜ਼ ਰਹੇ। ਖਾਸ ਕਰਕੇ ਟਾਹਲੀ ਸਾਹਿਬ ਗੁਰਦੁਆਰਾ 'ਚ ਕਾਫੀ ਇਹਨਾਂ ਨੇ ਡਿਕਟੇਟਰਸ਼ਿਪ ਚਲਾਈ। ਇੱਕ ਭਾਈ ਜੀ ਸਨ, ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ, ਸੇਵਾਦਾਰਾਂ ਨੂੰ ਕਰ ਦਿੱਤਾ ਗਿਆ, ਜਿਨ੍ਹਾਂ ਦੀ ਤਨਖਾਹ ਤੱਕ ਬੰਦ ਕਰ ਦਿੱਤੀ ਗਈ। ਅਤੇ ਜਿਸਲੇ ਦਾਸ ਤੱਕ ਸੰਗਤ ਦੀ ਆਵਾਜ਼ ਪੁੱਜੀ ਅਤੇ ਦਾਸ ਵਿੱਚ ਆ ਕੇ ਅਸੀਂ ਪੂਰੀ ਸੰਗਤ ਦੇ ਸਹਿਯੋਗ ਨਾਲ ਉਹਨਾਂ ਨੂੰ ਪੁੱਛਿਆ, ਬੈਠ ਕੇ ਗੱਲ ਹੋਈ। ਕਿਸੇ ਵੀ ਲੈਵਲ 'ਤੇ ਉਹ ਖਰੇ ਨਹੀਂ ਉਤਰੇ। ਮਹਾਰਾਜ ਜੀ ਹਜ਼ੂਰੀ ਵਿੱਚ ਗੱਲ ਕਰਕੇ ਮੁੱਕਰ ਜਾਂਦੇ ਰਹੇ। ਅਤੇ ਵਾਹਿਗੁਰੂ ਜੀ, ਇਹ ਕਾਫੀ ਵਾਰੀ, ਇੱਕ ਵਾਰੀ ਨਹੀਂ ਕੋਈ 50 ਵਾਰੀ ਇਹ ਗੱਲ ਹੋਈ। ਜਿਹੜੇ ਸਾਡੇ ਦੂਜੇ ਕੰਟੈਂਡਰ ਮਨਜਿੰਦਰ ਸਿੰਘ ਦੀ ਬਿੱਟਾ, ਉਹਨਾਂ ਨੂੰ ਭੇਜਿਆ ਗਿਆ, ਜਥੇਦਾਰ ਮਹਿੰਦਰ ਸਿੰਘ ਹੋਰਾਂ ਨੂੰ ਨਾਲ ਭੇਜਿਆ ਗਿਆ। ਉਹ ਸਾਡੇ ਲਿਖ ਕੇ ਲੈ ਗਏ ਸੰਗਤ ਦੇ ਸਾਹਮਣੇ ਬੈਠ ਕੇ ਕਿ ਅਸੀਂ ਇਹ ਜਿਹੜੇ ਅੱਗੇ ਜਾ ਕੇ ਗੱਲ ਕਰਾਂਗੇ ਕਮੇਟੀ 'ਚ ਅਤੇ ਇਹ ਮਸਲੇ ਹੱਲ ਹੋਣਗੇ। ਉਹ ਆਉਂਦੇ ਗਏ, ਜਾਂਦੇ ਗਏ। ਪੂਰੀ ਬਾਕੀ ਕਮੇਟੀ ਦੇ ਜਿੰਨੇ ਐਕਸ ਮੈਂਬਰ ਜਿੰਨੇ ਵੀ ਹਨ, ਨਾਮ ਆਪ ਸਾਰੇ ਜਾਣੂ, ਸਾਰੇ ਆਏ, ਸਾਰੇ ਗਏ, ਪਰ ਲਾਲੀ ਪਾਪੀ ਦਿੱਤੇ ਗਏ ਸੰਗਤ ਨੂੰ ਅਤੇ ਉਸ ਚੀਜ਼ ਨੂੰ ਕਿਤੇ ਵੀ ਸਿਰੇ ਨਹੀਂ ਚੜਾਇਆ ਗਿਆ। ਫਿਰ ਸੰਗਤ ਵੱਲੋਂ ਦਾਸ ਵੀ ਨਾਲ ਰਿਹਾ। ਅਸੀਂ ਜਾ ਕੇ DC ਸਾਹਿਬ ਨੂੰ ਐਪਲੀਕੇਸ਼ਨ ਦਿੱਤੀ, ਉਹਨਾਂ ਦੇ ਥਰੂ ਉਹਨਾਂ ਦਾ ਬਹੁਤ ਸਹਿਯੋਗ ਰਿਹਾ। ਅਸੀਂ ਟਾਹਲੀ ਸਾਹਿਬ ਦੇ ਕਾਫੀ ਕੰਮ ਕਰਵਾਏ। ਵਾਹਿਗੁਰੂ ਜੀ, ਬਾਬਾ ਜੀ ਨੇ, ਬਾਬਾ ਵੀਰਾ ਜੀ ਹੋਰਾਂ ਨੇ ਇੱਕ ਕਾਰਜ ਆਰੰਭਿਆ ਸੀ। ਗੁਰੂ ਘਰ ਦੀ ਬਿਲਡਿੰਗ ਬਣ ਰਹੀ ਸੀ, ਰਸੋਈ ਸੀ, ਕਿਚਨ ਦਾ ਸੀ, ਮੈਗਾ ਕਿਚਨ ਜਿਹਨੂੰ ਕਿਹਾ ਜਾਂਦਾ, ਉਹ ਬਣ ਰਹੀ ਸੀ। ਜਿੱਥੇ ਕਿ ਵਜ਼ੀਰ ਸਾਹਿਬ ਨੇ ਉਦੋਂ ਇਹ ਗੱਲ ਕਹੀ ਸੀ ਕਿ 5 ਲੱਖ ਰੁਪਈਆ ਇੱਕ ਬਿਲਡਿੰਗ ਦਾ, ਇੱਕ ਲੈਂਟਰ ਦਾ ਇਹਨੂੰ ਦਿੱਤਾ ਜਾਏਗਾ, ਜਦ ਕਿ 3 ਮੰਜ਼ਿਲ ਤੱਕ ਉਹ ਬਣੀ। ਇੱਕ ਪੈਸਾ ਨਹੀਂ ਦਿੱਤਾ ਗਿਆ। ਤਾਂ ਇਹਨਾਂ ਨੇ ਬਸ ਉਹੀ ਗੁਰੂ ਦੀ ਗੋਲਕ ਲੁੱਟ ਕੇ ਲੈ ਜਾਂਦੇ ਰਹੇ ਅਤੇ ਕੁਝ ਵੀ ਨਹੀਂ ਕੀਤਾ। ਬਿਲਕੁਲ ਜਿੱਦਾਂ ਕਿ ਤੁਸੀਂ ਸਾਰੇ ਮੁੱਦਿਆਂ ਨੂੰ ਇੱਕ ਕਰਕੇ ਸੰਗਤ ਦੇ ਸਾਹਮਣੇ ਰੱਖਿਆ। ਆਪਾਂ ਵੀ ਕਾਫੀ ਜਗ੍ਹਾ ਸਾਰੇ ਜਿਹੜੇ ਵੀ ਨੁਮਾਇੰਦੇ ਨੇ ਉਹਨਾਂ ਦਾ ਇੰਟਰਵਿਊ ਲੈਣ ਜਾਂਦੇ ਹਾਂ ਅਤੇ ਕਿਧਰ ਨਾ ਕਿਧਰ ਉਹਨਾਂ ਦੀ ਸੋਚ ਵੀ ਅੱਗੇ ਵੱਲ ਆਉਂਦੀ ਹੈ। ਅਤੇ ਵੀਰ ਜੀ, ਮੈਂ ਜਾਣਨਾ ਚਾਹਾਂਗਾ ਕਿ ਜਿੱਦਾਂ ਤੁਹਾਨੂੰ ਪਤਾ, ਤੁਸੀਂ ਪਹਿਲਾ ਮੁੱਦਾ ਜਿਹੜਾ ਚੁੱਕਿਆ ਗੁਰੂ ਘਰ ਦੇ ਵਜ਼ੀਰਾਂ ਦਾ, ਆਪਾਂ ਹਮੇਸ਼ਾ ਹਰ ਨੁਮਾਇੰਦੇ ਦੇ ਅੱਗੇ ਇਹ ਚੀਜ਼ ਜ਼ਰੂਰ ਰੱਖਦੇ ਹਾਂ ਕਿ ਗੁਰੂ ਘਰ ਦਾ ਵਜ਼ੀਰ ਹੈ। ਗੁਰੂ ਨਾਨਕ ਮਹਾਰਾਜ ਨੇ 13 ਦਾ ਹੁਕਮ ਦਿੱਤਾ ਹੈ, ਆਪਾਂ ਦੇਣਾ ਸਿੱਖਿਆ, ਲੈਣਾ ਨਹੀਂ ਸਿੱਖਿਆ। ਲੇਕਿਨ ਗੁਰੂ ਘਰ ਦੇ ਵਜ਼ੀਰਾਂ ਨਾਲ ਹੀ ਜ਼ਿਲ੍ਹੇ ਇਹੋ ਜਿਹਾ ਕੰਮ ਹੁੰਦਾ ਅਤੇ ਕਿਧਰ ਨਾ ਕਿਧਰੇ ਇਹ ਸਾਡੇ ਵਾਸਤੇ ਵੀ ਸ਼ਰਮ ਦੀ ਗੱਲ ਹੈ। ਤੇ ਹੋਰ ਕਿਹੜੇ ਐਸੇ ਮੁੱਦੇ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਅੱਗੇ ਨੂੰ ਆਏ ਹੋ ਤਾਂ ਕਿ ਉਹ ਮੁੱਦਿਆਂ ਨੂੰ ਤੁਸੀਂ ਕਿਧਰ ਨਾ ਕਿਧਰੇ ਖਤਮ ਕਰ ਸਕੋ ਔਰ ਆਪਸੀ ਭਾਈਚਾਰੇ ਦੀ ਜਿਹੜੀ ਸਾਂਝਵਾਲਤਾ ਉਹ ਕਿਧਰ ਨਾ ਕਿਧਰੇ ਤੁਸੀਂ ਜੰਮੂ ਕਸ਼ਮੀਰ ਦੀ ਸੰਗਤ ਨੂੰ ਦੇ ਸਕੋ? ਵਾਹਿਗੁਰੂ ਜੀ, ਗੱਲ ਇਸ ਤਰ੍ਹਾਂ ਕਿ ਪੂਰੇ ਜੰਮੂ ਕਸ਼ਮੀਰ ਵਿੱਚ ਜਿਹੜੀ ਸਿੱਖ ਭਾਈਚਾਰੇ ਦੀ ਲਹਿਰ ਹੈ ਇਹ ਇਕਮੁੱਠ ਰਹਿਣੀ ਚਾਹੀਦੀ ਹੈ। ਸਿੱਖੀ ਦਾ ਪ੍ਰਚਾਰ ਪ੍ਰਸਾਰ ਜਿੰਨਾ ਵੀ ਹੋਏ ਇੱਕ ਮਤ ਹੋਣਾ ਚਾਹੀਦਾ, ਇੱਕ ਝੰਡੇ ਥੱਲੇ ਅਸੀਂ ਖੜੇ ਹੋਣੇ ਚਾਹੀਦੇ ਹਾਂ, ਜਿਹੜਾ ਕਿ ਨਹੀਂ ਹੋ ਰਿਹਾ। ਖਾਸ ਕਰਕੇ ਪਿਛਲੀ ਜਿਹੜੀ ਕਮੇਟੀ ਸੀ ਉਹਨਾਂ ਨੇ ਇਹ ਨਹੀਂ ਕੀਤਾ। ਅਤੇ ਹੁਣ ਸਾਡੇ ਇਹ ਵਿਚਾਰ ਨੇ ਕਿ ਵਾਹਿਗੁਰੂ ਜੀ, ਅਗਰ ਅਸੀਂ ਜਿੱਤ ਕੇ ਅੱਗੇ ਆ ਰਹੇ ਹਾਂ, ਆ ਕੇ ਸਾਰੀ ਸੰਗਤ ਨੂੰ ਨਾਲ ਲੈ ਕੇ, ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਨਾਲ ਲੈ ਕੇ ਇੱਕ ਝੰਡੇ ਥੱਲੇ, ਇੱਕ ਪੰਥ ਦੀ ਇੱਕ ਸੋਚ ਥੱਲੇ ਅਸੀਂ ਪਹਿਰਾ ਦਿਆਂਗੇ ਜੀ, ਜਿਹਦੇ ਵਿੱਚ ਗੁਰੂ ਘਰਾਂ ਦੇ ਸਾਂਭ ਸੰਭਾਲ, ਸਿੱਖੀ ਦਾ ਪ੍ਰਚਾਰ, ਪੰਜਾਬੀ ਜਿਸ ਤਰ੍ਹਾਂ ਕਿ ਸਾਡੀ ਮਾਂ ਬੋਲੀ ਪੰਜਾਬੀ ਹੈ ਉਹਨੂੰ
ਤੁਹਾਨੂੰ ਪਤਾ ਕਿ ਸਿੱਖੀ ਤੋਂ ਕੱਢ ਦਿੱਤਾ ਗਿਆ, ਇਹਨਾਂ ਨੇ ਕਿਸੇ ਵੀ ਉਹਦੇ ਵਿੱਚ ਨਹੀਂ ਰੱਖਿਆ। ਇਹਨਾਂ ਨੇ ਅਸੀਂ ਸਰਕਾਰ ਅੱਗੇ ਵੀ ਪੁਰਜ਼ੋਰ ਮੰਗ ਕਰਾਂਗੇ, ਅੱਗੇ ਫਾਈਟ ਕਰਾਂਗੇ ਸਰਕਾਰ ਨਾਲ ਕਿ ਸਾਨੂੰ ਪੰਜਾਬੀ ਜਿਹੜੀ ਸਾਡਾ ਹੱਕ, ਸਾਡੀ ਮਾਂ ਬੋਲੀ ਹੈ, ਕਿਉਂਕਿ ਸਾਡੀ ਨਵੀਂ ਪਨੀਰੀ ਆਉਣ ਵਾਲੇ ਬੱਚੇ ਸਾਤੋਂ ਕੀ ਸੇਧ ਲੈਣਗੇ। ਅਸੀਂ ਉਸ ਦਾ ਵੀ ਉਹ ਕਰਨਾ ਕਿ ਉਹ ਪੰਜਾਬੀ ਮਾਂ ਬੋਲੀ ਨੂੰ ਵੀ ਲਾਗੂ ਕਰਵਾਈਏ, ਔਰ ਸਰਕਾਰ ਵੱਲੋਂ ਵੀ ਇੱਧਰੋਂ ਵੀ ਜਿਹੜਾ ਵੀ ਹੋਏਗਾ ਅਸੀਂ ਪੂਰਾ ਛਾਨਾ ਬਿਛਾਨਾ ਪੂਰਾ ਜ਼ੋਰ ਲਗਾ ਕੇ ਸੰਗਤ ਦੇ ਸਹਿਯੋਗ ਨਾਲ ਉਹ ਕਰਾਂਗੇ। ਵਾਹਿਗੁਰੂ ਜੀ। ਬਾਕੀ ਰਾਗੀ ਸਿੰਘਾਂ ਦੀਆਂ, ਗ੍ਰੰਥੀ ਸਿੰਘਾਂ ਦੀਆਂ ਕਿਸੇ ਦੀ 4000 ਸੈਲਰੀ ਹੈ, ਕਿਸੇ ਦੀ 8000 ਹੈ, ਕਿਸੇ ਦੀ 5000 ਹੈ, ਕਿ ਉਹਨਾਂ ਦਾ ਗੁਜ਼ਾਰਾ ਨਹੀਂ ਚੱਲਦਾ। ਉਹ ਆਪਣੇ ਬੱਚੇ ਕਿਸ ਤਰ੍ਹਾਂ ਪਾਲਣਗੇ। ਔਰ ਜਿਹੜੀ ਸੋਚਣ ਵਾਲੀ ਗੱਲ ਹੈ ਕਿ ਅਗਲੀ ਨਵੀਂ ਪਨੀਰੀ ਉਹਨਾਂ ਦੇ ਬੱਚੇ ਉਹ ਕਦੇ ਇਸ ਪਾਸੇ ਨਹੀਂ ਆਉਣਗੇ, ਕਿਉਂਕਿ ਉਹਨਾਂ ਦਾ ਗੁਜ਼ਾਰਾ ਹੀ ਨਹੀਂ ਚੱਲਦਾ। ਆਪਣੇ ਮਾਪਿਓ ਦਾ ਹਾਲ ਦੇਖਦੇ ਨੇ, ਕਿੱਧਰ ਜਾਣਗੇ ਉਹ। ਬਿਲਕੁਲ ਜੀ। ਤੇ ਆਖਿਰ ਦੇ ਵਿੱਚ ਇਹੀ ਗੱਲ ਮੈਂ ਸੰਗਤ ਨੂੰ ਕਹਿਣਾ ਚਾਹਾਂਗਾ ਕਿ ਜਿੱਦਾਂ ਵੀਰ ਜੀ ਹੋਰਾਂ ਨੇ ਕਿਹਾ ਕਿ ਇਲੈਕਸ਼ਨ ਹੋਣ ਤੋਂ ਬਾਅਦ ਜ਼ਿਲ੍ਹੇ 28 ਤਰੀਕ ਨੂੰ ਜਿਹੜਾ ਵੀ ਨੁਮਾਇੰਦਾ ਜਿੱਤ ਕੇ ਗੁਰੂ ਸਾਹਿਬ ਉਹਦੇ ਉੱਪਰ ਮਿਹਰ ਕਰਨਗੇ, ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਹਾਜ਼ਰ ਨਾਜ਼ਰ ਹੋ ਕੇ ਆਪਣੀ ਸੇਵਾ ਨੂੰ ਲਏਗਾ। ਤੇ ਉਸ ਟਾਈਮ ਇਹ ਨਹੀਂ ਲੱਗਣਾ ਚਾਹੀਦਾ ਕਿ ਉਹ ਕਿਸੇ ਇੱਕ ਤੀਰ ਦਾ ਨੁਮਾਇੰਦਾ ਸੀ ਜਾਂ ਕਿਸੇ ਇੱਕ ਪਾਰਟੀ ਦਾ ਨੁਮਾਇੰਦਾ ਸੀ, ਇੱਕ ਬਲਾਦਰੀ ਦਾ ਨੁਮਾਇੰਦਾ ਸੀ। ਉਹ ਨੁਮਾਇੰਦਾ ਜਿਹੜਾ ਪੂਰੀ ਹੀ ਇਲਾਕੇ ਦੀ ਸੰਗਤ ਦਾ ਨੁਮਾਇੰਦਾ ਹੋਣਾ ਚਾਹੀਦਾ। ਤੇ ਤੁਸੀਂ ਵੀ ਇਹ ਸੰਦੇਸ਼ ਦਿੱਤਾ, ਅਸੀਂ ਤੁਹਾਡਾ ਜੀ ਆਇਆਂ ਨੂੰ ਕਰਦੇ ਹਾਂ। ਅਤੇ ਨਾਲ ਸੰਗਤ ਖੜੀ ਦਾ ਵੀ ਆਪਾਂ ਜਿਹੜਾ ਵਿਚਾਰ ਤੁਹਾਡੇ ਸਾਹਮਣੇ ਸਾਂਝੇ ਕਰਾਂਗੇ ਕਿ ਜਿਹੜੇ ਸਾਡੇ ਮੋਹਿੰਦਰ ਸਿੰਘ ਜੀ ਜਿਹੜੇ ਨੋਮੀਨੇਸ਼ਨ ਇਹਨਾਂ ਨੇ ਫਾਈਲ ਕੀਤਾ ਤੇ ਸੰਗਤ ਦਾ ਕੈਸਾ ਉਹਨਾਂ ਪਰ ਵਿਸ਼ਵਾਸ ਹੈ ਤਾਂ ਕਿ ਜਿਹੜਾ ਉਹਨਾਂ ਨੇ ਅੱਗੇ ਆ ਕੇ ਉਹਨਾਂ ਨੂੰ ਪਰਵਾਹ ਹੁੰਗਾਰਾ ਦਿੱਤਾ। ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਇਕਬਾਣੀ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਅਸੀਂ ਚਾਹਾਂਗੇ ਤੁਸੀਂ ਆਪਣੇ ਬਾਰੇ ਵੀ ਦੱਸੋ ਤੇ ਔਰ ਦੱਸੋ ਕਿ ਵੀਰ ਜੀ ਨੂੰ ਜਿਹੜਾ ਤੁਸੀਂ ਸਾਹਮਣੇ ਲਿਆਂਦਾ ਸੇਵਾ ਕਰਨ ਲਈ, ਤੁਹਾਡੇ ਕੀ ਵਿਚਾਰ ਹਨ ਉਸ ਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ ਕਿ ਤੁਸੀਂ ਮੈਨੂੰ ਇਸ ਮੰਚ ਦੇ ਰਾਹੀਂ ਸੰਗਤ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਇਹ ਮੇਰੇ ਵੱਡੇ ਭਾਈ ਸਾਹਿਬ ਨੇ, ਇਹ ਪਿਛਲੇ 2 ਸਾਲ ਤੋਂ ਟਾਹਲੀ ਸਾਹਿਬ ਗੁਰਦੁਆਰੇ ਦੀ ਸੇਵਾ ਨਿਭਾਉਂਦੇ ਆ ਰਹੇ ਨੇ। ਸੰਗਤ ਨੇ ਇਹਨਾਂ ਦਾ ਕੰਮ ਦੇਖ ਕੇ ਇਹਨਾਂ ਨੂੰ ਪੂਰਜ਼ੋਰ ਮੰਗ ਕੀਤੀ ਕਿ ਤੁਹਾਡੇ ਜਿਹੇ ਕੈਂਡੀਡੇਟ ਅੱਗੇ ਆਉਣੇ ਚਾਹੀਦੇ ਨੇ ਜਿਹੜੇ ਕਿ ਸਾਡੇ ਸਿੱਖ ਸਮਾਜ ਦਾ ਕੁਝ ਸੋਚ ਸਕਣ, ਕਿਉਂਕਿ ਦਿਨ ਬਾਅਦ ਦਿਨ ਅਸੀਂ ਲੋਕ ਪਿਛੜ ਰਹੇ ਹਾਂ। ਕੁਝ ਗੌਰਮੈਂਟ ਦੀਆਂ ਚਾਲਾਂ ਨੇ, ਕੁਝ ਸਾਡੀਆਂ ਆਪਣੀਆਂ ਕਮਜ਼ੋਰੀਆਂ ਨੇ, ਤੇ ਕਿਉਂ ਨਾ ਅਸੀਂ ਇਕਜੁੱਟ ਹੋ ਕੇ ਜਿੰਨੀਆਂ ਵੀ ਤਰੁੱਟੀਆਂ ਸਾਡੇ ਕੌਮ ਦੇ ਵਿੱਚ ਹੋ ਰਹੀਆਂ ਨੇ ਅਸੀਂ ਉਹਨਾਂ ਦਾ ਸਾਹਮਣਾ ਕਰੀਏ, ਉਹਨਾਂ ਨੂੰ ਦੂਰ ਕਰੀਏ, ਤਾਂ ਕਿ ਆਉਣ ਵਾਲੀ ਜਿਹੜੀ ਸਾਡੀ ਨਸਲਾਂ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਜਿਹੜੇ ਪਿਛਲੇ ਸਨ ਉਹ ਸਾਡੇ ਵਾਸਤੇ ਕੁਝ ਕਰਕੇ ਗਏ ਨੇ। ਅਗਰ ਅਸੀਂ ਲੋਕ ਇਸ ਤਰ੍ਹਾਂ ਇੱਕ ਦੂਜੇ ਦਾ ਮੂੰਹ ਦੇਖਦੇ ਰਹਾਂਗੇ ਤੇ ਆਉਣ ਵਾਲੀਆਂ ਨਸਲਾਂ ਪਰ ਬਹੁਤ ਗਹਿਰਾ ਅਸਰ ਪਏਗਾ, ਕਿਉਂਕਿ ਗੁਰੂ ਘਰਾਂ ਦੀ ਸੰਭਾਲ ਸੇਵਾ ਬਹੁਤ ਜ਼ਰੂਰੀ ਹੈ। ਇਸ ਵੇਲੇ ਗੁਰੂ ਘਰਾਂ 'ਚ ਆਮ ਇਹ ਹੋ ਰਿਹਾ, ਲੁੱਟ ਖੋਹ ਲੱਗੀ ਹੋਈ ਹੈ, ਲੋਕੀ ਗੋਲਕਾਂ ਲੁੱਟ ਰਹੇ ਨੇ, ਗੁਰੂ ਦੀਆਂ ਪ੍ਰਾਪਰਟੀਆਂ ਲੁੱਟ ਰਹੇ ਨੇ। ਮੈਂ ਜ਼ਿਆਦਾ ਨਾ ਕਹਿੰਦੇ ਹੋਏ ਸੰਗਤ ਆਪੇ ਜਾਣੀ ਜਾਣ ਹੈ, ਸੰਗਤ ਸਭ ਜਾਣਦੀ ਹੈ। ਤੇ ਮੈਂ ਆਪ ਜੀ ਦੇ ਰਾਹੀਂ ਜੰਮੂ ਵੈਸਟ ਦੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਭਾਈ ਸਾਹਿਬ ਜੀ ਨੂੰ ਕਾਮਯਾਬ ਬਣਾਓ। ਇਹਨਾਂ ਦਾ ਚੁਣਾਵ ਨਿਸ਼ਾਨ 에ਅਰ ਕੰਡੀਸ਼ਨ AC ਹੈ। 27 ਤਰੀਕ ਨੂੰ ਇਹ ਕੋਈ ਪੋਲੀਟੀਕਲ ਵੋਟਾਂ ਨਹੀਂ ਹਨ, ਇਹ ਗੁਰੂ ਘਰ ਦੀਆਂ ਵੋਟਾਂ ਹਨ। ਸਾਰਿਆਂ ਅੱਗੇ ਬੇਨਤੀ ਹੈ ਕਿ ਆਪਣਾ ਸਮਾਂ ਕੱਢ ਕੇ, ਇਸ ਵੇਲੇ ਕੀਮਤੀ ਸਮਾਂ ਹੈ, ਗਰਮੀ ਦਾ ਮੌਸਮ ਹੈ, ਉਸ ਦਿਨ ਵੱਧ ਚੜ੍ਹ ਕੇ ਵੋਟਿੰਗ ਕਰਨ ਤਾਂ ਕਿ ਸਾਫ ਸੁਥਰੇ ਸੁਚਾਰੂ ਲੋਕ ਅੱਗੇ ਆਉਣ ਤੇ ਗੁਰੂ ਘਰ ਦੀ ਸੇਵਾ ਸੰਭਾਲ ਦਾ ਪ੍ਰਬੰਧ ਚੰਗੇ ਤਰੀਕੇ ਨਾਲ ਹੋ ਸਕੇ। ਔਰ ਜਿਹੜੇ ਵੀ ਸਾਡੇ ਸਿੱਖ ਸਿਧਾਂਤ ਹਨ ਉਹ ਇੱਕ ਝੰਡੇ ਥੱਲੇ ਬਹਿ ਕੇ ਜਨਤਾ ਦੀ ਸੇਵਾ ਕਰ ਸਕਣ, ਗੁਰੂ ਦੀ ਸੰਗਤ ਦੀ ਸੇਵਾ ਕਰ ਸਕਣ। ਮੈਂ ਇੰਨਾ ਹੀ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਮੈਂ ਚਾਹਾਂਗਾ ਕਿ ਸਭ ਤੋਂ ਪਹਿਲੇ ਬੀਬੀ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਅਤੇ ਹੁਣ ਚਾਹਾਂਗਾ ਕਿ ਤੁਸੀਂ ਵੀ ਆਪਣੇ ਵਿਚਾਰ ਚੈਨਲ ਰਾਹੀਂ ਰੱਖੋ, ਕਿਉਂਕਿ ਬੀਬੀਆਂ ਦਾ ਵੀ ਇੱਕ ਅਹਿਮ ਰੋਲ ਹੁੰਦਾ ਹੈ ਇਨ ਚੁਣਾਵਾਂ ਦੇ ਵਿੱਚ ਤੇ ਉਹ ਕਿਧਰੇ ਨਾ ਕਿਧਰੇ ਘੱਟ ਦੇਖਣ ਨੂੰ ਮਿਲਦਾ ਹੈ। ਤੇ ਆਪਾਂ ਚਾਹਾਂਗੇ ਕਿ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਹਨ ਇਕਬਾਣੀ ਚੈਨਲ ਦੇ ਉੱਪਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਟਾਹਲੀ ਸਾਹਿਬ ਦੀ ਲੋਕਲ ਕਮੇਟੀ ਦੀ ਪ੍ਰਧਾਨ ਹਾਂ ਤੇ ਮੇਰੇ ਟਾਹਲੀ ਸਾਹਿਬ ਇੱਥੇ ਪੋਲੀਟਿਕਸ ਵਿੱਚ ਆਉਣ ਦਾ ਸਾਡਾ ਜਾਂ ਟਾਹਲੀ ਸਾਹਿਬ ਇੱਧਰ ਆਉਣ ਦਾ ਕੋਈ ਸਾਡਾ ਮਨਸ਼ਾ ਨਹੀਂ ਸੀ। ਜਦ ਅਸੀਂ 2 ਸਾਲ ਪਹਿਲਾਂ ਅਸੀਂ ਦੇਖਿਆ ਕਿ ਗੁਰਦੁਆਰੇ ਸਾਹਿਬ 'ਚ ਬਹੁਤ ਸਾਰੇ ਵਿਤਕਰੇ ਹੋ ਰਹੇ ਸਨ ਤੇ ਸਾਡੇ ਰਾਗੀ ਸਿੰਘਾਂ ਦੀਆਂ, ਗ੍ਰੰਥੀ ਸਿੰਘਾਂ ਦੀਆਂ ਪੇਆਂ ਬੰਦ ਕਰ ਦਿੱਤੀਆਂ ਗਈਆਂ, ਸਾਡੇ ਸੇਵਾਦਾਰਾਂ ਦੀ ਪੇਅ ਬੰਦ ਕਰ ਦਿੱਤੀ ਗਈ। ਹੋਰ ਵੀ ਬਹੁਤ ਸਾਰੇ ਐਸੇ ਮੁੱਦੇ ਸਨ, ਸਾਡੇ ਨੌਜਵਾਨ ਵੀਰਾਂ ਨਾਲ ਬਹੁਤ ਸਾਰੇ ਵਿਤਕਰੇ ਹੋ ਰਹੇ ਸਨ ਉਸ ਟਾਈਮ। ਤਾਂ ਅਸੀਂ ਇਸ ਮੁਹਿੰਮ ਵਿੱਚ ਆਇਆ, ਸ਼ਾਮਿਲ ਹੋਇਆ। ਸਾਡੇ ਵੀਰ ਜੀ ਵੀਰ ਮੋਹਿੰਦਰ ਸਿੰਘ ਹੋਰਾਂ ਨੇ ਸਾਡਾ ਉਸ ਟਾਈਮ ਬਹੁਤ ਸਪੋਰਟ ਕੀਤਾ, ਸਾਡੇ ਨਾਲ ਆਏ, ਸਾਨੂੰ ਖੜਾ ਕੀਤਾ। ਮੈਨੂੰ ਉਹਨਾਂ ਨੇ ਫਸਟ ਟਾਈਮ ਜੰਮੂ ਕਸ਼ਮੀਰ ਵਿੱਚ ਮੈਨੂੰ ਉਹਨਾਂ ਨੇ ਲੋਕਲ ਕਮੇਟੀ ਦੀ ਪ੍ਰਧਾਨ ਬਣਾਇਆ, ਜੋ ਕਿ ਮੈਂ ਇੱਕ ਪਹਿਲੀ ਲੇਡੀ ਹਾਂ ਜਿਹਨੂੰ ਮੈਨੂੰ ਉਹਨਾਂ ਨੇ ਪ੍ਰਧਾਨ ਬਣਾਇਆ, ਤਾਂ ਕਿ ਉਹਨਾਂ ਨੇ ਕਿਹਾ ਕਿ ਸਾਡੇ ਕੌਮ ਵਿੱਚ ਤੇ ਗੁਰੂ ਮਹਾਰਾਜ ਨੇ ਸਾਨੂੰ ਕਿ ਬਰਾਬਰ ਦਾ ਦਰਜਾ ਦਿੱਤਾ ਹੋਇਆ ਔਰਤਾਂ ਨੂੰ ਨਾਲ ਆਉਣ ਦਾ।
ਤੇ ਸਾਡੇ ਵੀਰ ਜੀ ਨੇ ਕਿਹਾ ਕਿ ਔਰਤਾਂ ਨੂੰ ਵੀ ਵਿੱਚ ਆਉਣਾ ਚਾਹੀਦਾ ਹੈ ਤੇ ਅਸੀਂ ਵਿੱਚ ਆ ਕੇ ਸਾਰਾ ਨਾਲ ਹੋ ਕੇ ਵੀਰ ਜੀ ਨੇ ਸਾਡੇ ਨਾਲ ਪੂਰੀ ਸਪੋਰਟ ਕੀਤੀ ਹੈ। ਤਾਂ ਹੀ ਸਾਰੀ ਸੰਗਤ ਨੇ ਮਿਲ ਕੇ ਇਸਤਰੀ ਸਤਸੰਗ ਸਭਾ ਦੀ ਤਰਫੋਂ, ਨੌਜਵਾਨ ਵੀਰਾਂ ਦੀ ਤਰਫੋਂ, ਸਾਰਿਆਂ ਦੀ ਤਰਫੋਂ ਪੁਰਜ਼ੋਰ ਮੰਗ ਤੇ ਵੀਰ ਜੀ ਖੜੇ ਹੋਏ ਨੇ। ਹੁਣ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀਰ ਜੀ ਨੂੰ ਸਪੋਰਟ ਕਰੋ ਤੇ ਵੋਟ ਦੇ ਕੇ ਆਪਣਾ ਵੀਰ ਜੀ ਨੂੰ ਕਾਮਯਾਬ ਬਣਾਓ ਤਾਂ ਕਿ ਅਸੀਂ ਅੱਗੇ ਆਉਣ ਵਾਲੇ ਸਮੇਂ ਵਿੱਚ ਸਾਰਾ ਕੰਮ ਜਿਹੜਾ ਸੁਚਾਰੂ ਢੰਗ ਨਾਲ ਚੱਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਸੰਗਤ ਸਰਦਾਰ ਮੋਹਿੰਦਰ ਸਿੰਘ ਜੀ ਦੇ ਸਪੋਰਟ ਦੇ ਵਿੱਚ ਜਿਹੜੇ ਖੜੇ ਸਨ, ਉਹਨਾਂ ਨੇ ਆਪਣੇ ਆਪਣੇ ਮੁੱਦੇ ਤੁਹਾਡੇ ਸਾਹਮਣੇ ਜਾਣੂ ਕਰਵਾਏ ਹਨ। ਉਹ ਕਿਸ ਤਰ੍ਹਾਂ ਕਿਹੜੀ ਚੀਜ਼ਾਂ ਨੂੰ ਅੱਗੇ ਲੈ ਕੇ ਸੰਗਤ ਦੇ ਸਾਹਮਣੇ ਕੈਂਪੇਨਿੰਗ ਕਰਨਗੇ। ਅੱਗੇ ਆਖਰੀ ਜਿਹੜਾ ਮੁੱਦਾ ਸਾਡਾ ਇੱਕੋ ਹੀ ਹੈ, ਉਹ ਹੈ ਸਿੱਖ ਪੰਥ ਦੀ ਜਿਹੜੀ ਏਕਤਾ। ਇਹ ਅਦੂ ਹੀ ਹੋਏਗੀ ਜਿੰਨੇ ਵੀ ਸਾਡੇ ਨੁਮਾਇੰਦੇ ਖੜੇ ਨੇ ਉਹ ਕਿਧਰੇ ਨਾ ਕਿਧਰੇ ਸੰਦੇਸ਼ ਦੇਣਗੇ। ਹੁਣ ਇੰਨਾ ਹੀ ਕਹਿੰਦਾ ਤੁਹਾਡੇ ਕੋਲੋਂ ਸ਼ਮਾ ਦਾ ਜਾਚਕ ਹਾਂ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। रंग